ਹੁਣ ਅਸੀਂ ਕਰਾਂਗੇ 10ਵੀਂ ਜਮਾਤ ਦੇ ਗਣਿਤ ਦਾ ਟੌਪਿਕ, ਜਿਹਦੇ ਵਿੱਚ ਵਰਗਮੂਲ 5, ਵਰਗਮੂਲ 2, ਵਰਗਮੂਲ 3 ਵਰਗੀਆਂ ਅਭਾਜ ਸੰਖਿਆਵਾਂ ਦੇ ਵਰਗਮੂਲ ਨੂੰ ਅਪਰਮੇय ਸੰਖਿਆਵਾਂ ਸਿੱਧ ਕੀਤਾ ਜਾਂਦਾ ਹੈ। ਇਹ ਅਸੀਂ ਕਰਾਂਗੇ ਜੀ ਮੈਥਡ ਆਫ ਕੰਟਰਾਡਿਕਸ਼ਨ ਦੇ ਨਾਲ, ਯਾਨੀ ਕਿ ਪਹਿਲਾਂ ਖੁਦ ਆਪ ਹੀ ਮੰਨ ਲਵਾਂਗੇ ਇਹ ਪ੍ਰਮੇय ਸੰਖਿਆਵਾਂ ਹੈ, ਅਤੇ ਫਿਰ ਕਿਸੇ ਤਰੀਕੇ ਨਾਲ ਜਾਂ ਪਰਿਭਾਸ਼ਾ ਯੂਜ਼ ਕਰਕੇ ਅਸੀਂ ਸਿੱਧ ਕਰ ਦੇਵਾਂਗੇ ਕਿ ਸਾਡੀ ਮਾਨਤਾ ਗਲਤ ਹੈ, ਇਹ ਪ੍ਰਮੇय ਸੰਖਿਆਵਾਂ ਨਹੀਂ ਹਨ। ਤਾਂ ਨੈਚੁਰਲੀ ਹੈ, ਜੇ ਪ੍ਰਮੇय ਸੰਖਿਆਵਾਂ ਨਹੀਂ ਹੈ ਤਾਂ ਇਹ ਅਪਰਮੇय ਸੰਖਿਆਵਾਂ ਰਹਿ ਜਾਣਗੀਆਂ। ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਪ੍ਰਮੇय ਸੰਖਿਆਵਾਂ ਦੀ ਪਰਿਭਾਸ਼ਾ ਦੁਬਾਰਾ ਦੇਖੀਏ। ਪ੍ਰਮੇय ਸੰਖਿਆਵਾਂ ਯਾਨੀ ਕਿ ਸੈੱਟ ਆਫ ਰੈਸ਼ਨਲ ਨੰਬਰਸ Q, ਜਿਹੜੀਆਂ ਸੰਖਿਆਵਾਂ ਅਸੀਂ P/Q ਰੂਪ ਵਿੱਚ ਲਿਖਦੇ ਹਾਂ। P ਅੰਸ਼ ਦਾ ਕੰਮ ਕਰ ਰਿਹਾ, Q ਹਰ ਦਾ ਕੰਮ ਕਰ ਰਿਹਾ। ਇੱਥੇ ਯਾਦ ਰੱਖਣ ਵਾਲੀ ਗੱਲ ਹੈ ਕਿ ਹਰ ਕਦੇ ਵੀ 0 ਨਹੀਂ ਹੋ ਸਕਦਾ, ਕਿਉਂਕਿ 0 ਨਾਲ ਭਾਗ ਨਹੀਂ ਕੀਤੀ ਜਾ ਸਕਦੀ। P ਅਤੇ Q ਦੋਵੇਂ ਸੰਪੂਰਨ ਸੰਖਿਆਵਾਂ ਹਨ, ਯਾਨੀ ਕਿ P ਦਾ ਮੁੱਲ ਅਤੇ Q ਦਾ ਮੁੱਲ ਕੋਈ ਵੀ ਸੰਪੂਰਨ ਸੰਖਿਆ ਹੋ ਸਕਦੀ ਹੈ। ਇੱਕ ਖਾਸ ਗੱਲ ਅਸੀਂ ਨੋਟ ਕੀਤੀ ਸੀ ਕਿ P ਅਤੇ Q ਦਾ ਮਹੱਤਵ ਸਮਾਵਰਤਕ ਇੱਕ ਹੋਏਗਾ, ਯਾਨੀ ਕਿ P ਅਤੇ Q ਸਹਿ ਅਭਾਜ ਹੋਣਗੀਆਂ, ਤਾਂ ਕਿ ਅਸੀਂ ਪ੍ਰਮੇय ਸੰਖਿਆਵਾਂ ਦਾ ਮਿਆਰੀ ਰੂਪ ਲੈ ਸਕੀਏ। ਸਹਿ ਅਭਾਜ ਦਾ ਮਤਲਬ ਮਹੱਤਵ ਸਮਾਵਰਤਕ ਇੱਕ ਹੋਏਗਾ, ਯਾਨੀ ਕਿ ਅੱਗੇ ਹੋਰ ਕਿਸੇ ਸਾਂਝੇ ਪਹਾੜੇ ਉੱਤੇ ਨਾ ਕੱਟੀਆਂ ਜਾਣ ਅੰਸ਼ ਤੇ ਹਰ ਵਾਲੀਆਂ ਸੰਖਿਆਵਾਂ ਆਪਸ ਵਿੱਚ। ਆਓ ਅੱਗੇ ਚਲੀਏ। ਤਾਂ ਸਭ ਤੋਂ ਪਹਿਲਾਂ ਅਸੀਂ ਸਿੱਧ ਕਰਨ ਲੱਗੇ ਹਾਂ ਕਿ ਵਰਗਮੂਲ 5 ਇੱਕ ਅਪਰਮੇय ਸੰਖਿਆ ਹੈ। ਮੰਨ ਲਓ ਵਰਗਮੂਲ 5 ਇੱਕ ਪ੍ਰਮੇय ਸੰਖਿਆ ਹੈ। ਜੇ ਪ੍ਰਮੇय ਸੰਖਿਆ ਹੈ ਤਾਂ ਵਰਗਮੂਲ 5 ਜ਼ਰੂਰ ਬਟਿਆਂ ਵਾਲੇ ਰੂਪ 'ਚ, ਯਾਨੀ ਕਿ A/P ਦੇ ਰੂਪ ਵਿੱਚ ਹੋਏਗਾ, ਜਿੱਥੇ A ਅਤੇ B ਸੰਪੂਰਨ ਸੰਖਿਆਵਾਂ ਹਨ, ਹਰ 0 ਨਹੀਂ ਹੋਏਗਾ। ਹੁਣ ਇੱਥੇ ਮੈਂ ਪ੍ਰਮੇय ਸੰਖਿਆ ਦਾ ਮਿਆਰੀ ਰੂਪ ਨਹੀਂ ਲਿਆ। ਮੰਨ ਲਓ A ਅਤੇ B ਕਿਸੇ ਸਾਂਝੇ ਪਹਾੜੇ ਉੱਤੇ ਕੱਟਿਆ ਜਾਂਦਾ ਹੈ। ਮੰਨੋ A ਅਤੇ B ਆਪਸ ਵਿੱਚ ਕਿਸੇ ਸਾਂਝੇ ਗੁਣਨਖੰਡ ਨਾਲ ਵੰਡਿਆ ਗਿਆ, ਤਾਂ ਇਸ ਕਰਕੇ ਵੰਡਣ ਤੋਂ ਬਾਅਦ ਵਰਗਮੂਲ 5 ਸਾਨੂੰ P/Q ਰੂਪ 'ਚ ਪ੍ਰਾਪਤ ਹੋਇਆ। ਇੱਥੇ ਹਰ Q 0 ਨਹੀਂ ਹੈ। P ਅਤੇ Q ਸੰਪੂਰਨ ਸੰਖਿਆਵਾਂ ਹਨ, ਅਤੇ ਹੁਣ ਮਹੱਤਵ ਸਮਾਵਰਤਕ P ਅਤੇ Q ਦਾ 1 ਹੈ, ਯਾਨੀ ਕਿ P ਅਤੇ Q ਸਹਿ ਅਭਾਜ ਸੰਖਿਆਵਾਂ ਹੈ। ਤਾਂ Q ਨੂੰ ਮੈਂ ਦੂਸਰੇ ਪਾਸੇ ਗੁਣਾ ਕਰ ਲੈਣਾ। ਵਰਗਮੂਲ 5 ਗੁਣਾ Q ਬਰਾਬਰ P, ਦੋਵਾਂ ਪਾਸੇ ਵਰਗ ਕਰਦਾ। ਵਰਗਮੂਲ 5 Q ਦਾ ਸਕੁਏਅਰ ਅਤੇ P ਦਾ ਸਕੁਏਅਰ। ਵਰਗਮੂਲ ਦਾ ਜਦੋਂ ਵਰਗ ਕੀਤਾ ਜਾਂਦਾ ਹੈ, ਇਹ ਐਂਟੀ ਪ੍ਰੋਸੈਸ ਹੈ, ਆਪਸ ਵਿੱਚ ਖਤਮ ਹੋ ਗਏ, ਤਾਂ ਇਕੱਲਾ ਬਾਕੀ ਰਹਿ ਗਿਆ ਜੀ 5Q ਸਕੁਏਅਰ ਬਰਾਬਰ P ਸਕੁਏਅਰ। ਹੁਣ ਨੋਟ ਕਰੋ, P ਇੱਕ ਸੰਪੂਰਨ ਸੰਖਿਆ ਹੈ, ਇੱਥੇ P ਦਾ ਵਰਗ ਕੀਤਾ ਹੋਇਆ। 5 ਇੱਕ ਅਭਾਜ ਸੰਖਿਆ ਹੈ। ਕੋਈ ਅਭਾਜ ਸੰਖਿਆ ਜੇ ਕਿਸੇ ਸੰਖਿਆ ਦੇ ਵਰਗ ਨੂੰ ਵੰਡਦੀ ਹੋਵੇ ਤਾਂ ਉਸ ਸੰਖਿਆ ਨੂੰ ਵੀ ਵੰਡੇਗੀ। ਉਦਾਹਰਨ ਵਜੋਂ ਜਿਸ ਤਰ੍ਹਾਂ 5 25 ਨੂੰ ਜਾਂ ਕਹਿ ਲਓ 35 ਨੂੰ, ਚਲੋ ਕੋਈ ਹੋਰ ਸੌਖੀ ਉਦਾਹਰਨ ਲੈਂਦੇ ਹਾਂ ਆਪਾਂ। 5 625 ਨੂੰ ਵੰਡਦਾ ਹੈ, ਯਾਨੀ ਕਿ 5 25 ਦੇ ਸਕੁਏਅਰ ਨੂੰ ਵੰਡਦਾ ਹੈ। ਤਾਂ ਇਸ ਕਰਕੇ 5 ਹੈ
25 ਨੂੰ 20 ਵੰਡਦਾ ਹੈ, ਕਿਉਂਕਿ 5 ਅਭਾਜ ਸੰਖਿਆ ਹੈ। ਇੱਥੇ ਲਿਖ ਦਿੰਦੇ ਹਾਂ ਜੀ, ਦਿਸ ਇੰਪਲਾਈਜ਼ 5 ਪੀ ਸਕੁਏਅਰ ਨੂੰ ਵੰਡਦਾ ਹੈ, ਇਸ ਕਰਕੇ 5 ਪੀ ਨੂੰ ਵੀ ਵੰਡੇਗਾ। ਇਹ ਕੰਡੀਸ਼ਨ ਤੁਸੀਂ ਇੱਦਾਂ ਸਮਝੋ ਕਿ 5 ਪੀ ਨੂੰ ਭਾਗ ਕਰ ਰਿਹਾ, ਤਾਂ ਕੱਟ ਕਟਾ ਕੇ ਤੁਹਾਡੇ ਕੋਲ ਇੱਥੇ 0 ਬਚੇਗਾ, ਕਿਉਂਕਿ ਪੂਰਾ ਵੰਡਿਆ ਜਾ ਰਿਹਾ ਹੈ। ਸਪੋਜ਼ ਕਰੋ ਇੱਥੇ ਭਾਗਫਲ ਤੁਹਾਡਾ C ਆਇਆ ਹੈ, ਤਾਂ ਇਹ ਪੱਕੇ ਕੰਮ 'ਚ ਲਿਖਣ ਦੀ ਲੋੜ ਨਹੀਂ ਸਾਨੂੰ। ਤਾਂ ਅਸੀਂ ਲਿਖ ਸਕਦੇ ਹਾਂ ਜੀ P ਬਰਾਬਰ 5 ਗੁਣਾ C। ਇਹਨੂੰ ਕਹੋ ਜੀ ਸਮੀਕਰਨ 3 ਅਤੇ ਇਸ ਨੂੰ ਕਹਾਂਗੇ ਅਸੀਂ ਸਮੀਕਰਨ 2। ਹੁਣ P ਦਾ ਮੁੱਲ ਪਤਾ ਲੱਗਿਆ ਸਾਨੂੰ 5 ਗੁਣਾ C। P ਦਾ ਇਹ ਵਾਲਾ ਮੁੱਲ ਸਮੀਕਰਨ 2 ਵਿੱਚ ਭਰੋ। ਇਹ ਸਮੀਕਰਨ 2 ਵਿੱਚ ਭਰੋ। ਇੱਧਰ ਲਾਈਨ ਲਗਾ ਲੈਂਦੇ ਹਾਂ ਜੀ ਆਪਾਂ ਬਰਾਬਰ। ਇਸ ਕਰਕੇ ਸਮੀਕਰਨ 2 ਇੰਪਲਾਈਜ਼, ਸਮੀਕਰਨ 2 ਦਾ ਮੁੱਲ ਹੈ ਜੀ 5 ਕਿਊ ਸਕੁਏਅਰ ਬਰਾਬਰ ਪੀ ਸਕੁਏਅਰ। ਪੀ ਦੀ ਜਗ੍ਹਾ 'ਤੇ ਆਪਾਂ 5C ਲਿਖ ਸਕਦੇ ਹਾਂ। 5C 5 ਕਿਊ ਸਕੁਏਅਰ, 5 ਦਾ ਵਰਗ 5 ਗੁਣਾ 5 25, C ਦਾ ਵਰਗ C ਸਕੁਏਅਰ। ਇਹ ਵਾਲਾ 5 ਇੱਧਰ ਆ ਕੇ ਭਾਗ ਕਰ ਦੇਗਾ 25 ਨੂੰ, 5 25, ਕੱਟ ਕੇ ਰਹਿ ਗਿਆ ਜੀ 5C ਸਕੁਏਅਰ। ਹੁਣ ਨੋਟ ਕਰੋ ਕਿਊ ਵੀ ਸੰਪੂਰਨ ਸੰਖਿਆ ਹੈ, ਤਾਂ ਕਿਊ ਸਕੁਏਅਰ ਬਰਾਬਰ ਹੈ 5 ਗੁਣਾ C ਸਕੁਏਅਰ, ਯਾਨੀ ਕਿ 5 ਇੱਕ ਅਭਾਜ ਸੰਖਿਆ ਕਿਊ ਸਕੁਏਅਰ ਦਾ ਗੁਣਨਖੰਡ ਹੈ। ਦਿਸ ਇੰਪਲਾਈਜ਼ 5 ਕਿਊ ਸਕੁਏਅਰ ਨੂੰ ਵੰਡਦਾ ਹੈ, ਇਸ ਕਰਕੇ 5 ਕਿਊ ਨੂੰ ਵੀ ਵੰਡੇਗਾ। ਅਸੀਂ ਪਹਿਲਾਂ ਲਿਖ ਬੈਠੇ ਹਾਂ ਕਿ 5 ਪੀ ਨੂੰ ਵੀ ਵੰਡਦਾ ਹੈ। ਹੁਣ ਸਾਡੇ ਕੋਲ ਪ੍ਰਾਪਤ ਹੋਇਆ 5 ਕਿਊ ਨੂੰ ਵੀ ਵੰਡਦਾ ਹੈ, ਇਸ ਕਰਕੇ 5 ਪੀ ਅਤੇ ਕਿਊ ਦੋਵਾਂ ਦਾ ਸਾਂਝਾ ਗੁਣਨਖੰਡ ਹੈ। ਪਰੰਤੂ ਸਾਡੀ ਮਾਨਤਾ ਹੈ ਕਿ ਪੀ ਅਤੇ ਕਿਊ ਦਾ ਮਹੱਤਮ ਸਮਾਵਰਤਕ 1 ਹੈ। ਇਸ ਲਈ ਅਸੀਂ ਪਹਿਲਾਂ ਮੰਨਿਆ ਕਿ ਪੀ ਅਤੇ ਕਿਊ ਦਾ ਮਹੱਤਮ ਸਮਾਵਰਤਕ 1 ਹੈ, ਪਰ 1 ਤੋਂ ਇਲਾਵਾ 5 ਸਾਂਝਾ ਗੁਣਨਖੰਡ ਲੱਭ ਚੁੱਕੇ ਹੈ। ਇਸ ਕਰਕੇ ਸਾਡੀ ਮਾਨਤਾ ਕਿ ਵਰਗਮੂਲ 5 ਪਰਮੇਯ ਸੰਖਿਆ ਹੈ ਗਲਤ ਹੈ। ਇਸ ਕਰਕੇ ਵਰਗਮੂਲ 5 ਇੱਕ अपरिमेय संख्या है। इसे तरीके नाल तुसी सिद्ध कर सकते हो वर्गमूल 2 ਅਤੇ वर्गमूल 3 भी अपरिमेय संख्यावां ਹਨ। एक गल याद रखियो, ਜਦੋਂ ਕਿਸੇ ਅਭਾਜ ਸੰਖਿਆ ਦਾ ਵਰਗਮੂਲ ਲਿਆ ਜਾਵੇ ਤਾਂ ਉਸ ਨੂੰ ਬਾਈ ਡੈਫੀਨੇਸ਼ਨ ਪ੍ਰੂਵ ਕਰਨਾ ਪੈਂਦਾ ਹੈ, ਜਿਸ ਤਰ੍ਹਾਂ ਇੱਥੇ ਬਾਈ ਡੈਫੀਨੇਸ਼ਨ ਲੈ ਕੇ ਅਸੀਂ ਸਿੱਧ ਕੀਤਾ। ਆਓ ਹੁਣ ਇੱਕ ਸੌਖਾ ਕੁਐਸਚਨ ਕਰਕੇ ਦਿਖਾਈਏ। ਇਸ ਤੋਂ ਬਾਅਦ दूसरा प्रश्न है, सिद्ध करो कि 3 + 2 वर्गमूल 5 एक अपरिमेय संख्या। हुण पहले प्रश्न विच है अभाज संख्या का वर्गमूल, दूसरे प्रश्न विच हालांकि अभाज संख्या का वर्गमूल तो लिया होया है, पर उस दे नाल 2 संपूर्ण संख्यावां 2 ਅਤੇ 3 भी लईआं गईआं ते इन्हां दे दोहां संख्यावां दे विच जोड़ का ऑपरेशन यानी कि जोड़ की क्रिया भी लगाई गई है। तो इस प्रश्न को बाय डेफिनेशन करने की कोई ज़रूरत नहीं। आओ देखिए किस तरह करना है। दूसरा प्रश्न, मान लो ये भी बाय मैथड ऑफ कॉन्ट्राडिक्शन नाल करांगे जी। असी मान लो 3 + 2 वर्गमूल 5 एक परमेय संख्या है।
जे प्रमेय संख्या है तो असी दूसरे पासे यदि परिभाषा लगा सकते हैं बई ये पी बटा क्यू रूप च होवेगा। इत्थे हर बराबर नहीं जीरो, पी ते क्यू संपूर्ण संख्यावां हो सकदियां ते पी ते क्यू सह अभाज हैं। अच्छा जी, 2 वर्गमूल 5 उसे पासे उतार लो, सज्जे पासे पी बटा क्यू उस तरीके नाल उतार लवो, खब्बे पासों 3 प्लस दा है तो सज्जे पासे आन नाल हो जाएगा जी माइनस दा बटा 1 लगा लो 3 दे। हुण लघुत्तम लिया जाए 1 पी दे नाल गुणा क्यू 3 दे नाल गुणा, हेठा आपस विच गुणा क्यू गुणा 1 क्यू या कला क्यू। जिहड़ा 2 खब्बे पासे वर्गमूल 5 नाल गुणा है सज्जे पासे लियान नाल हेठा जाके भाग हो जाएगा। हुण नोट करो पी ते क्यू संपूर्ण संख्या है तो पी भी संपूर्ण संख्या होगी, -3 क्यू भी संपूर्ण संख्या होगी, 2 क्यू भी संपूर्ण संख्या होगी। तो पी -3 क्यू यानी कि संपूर्ण संख्या ही ऊपर है तो संपूर्ण संख्या 2 क्यू ही हेठ है। संपूर्ण संख्या बटा संपूर्ण संख्या प्रमेय रूप हुंदा है तो इत्थे सज्जे पासे साडे कोल बराबर आ गया जी प्रमेय संख्या, खब्बे पासे वर्गमूल 5। ये तो गलत है परंतु वर्गमूल 5 तो अप्रमेय संख्या है, इस करके साडी मानता गलत है। इस करके 3 + 2 वर्गमूल 5 अप्रमेय संख्या है। हाँ जी, किस तरह लग्या जी ये प्रश्न? आओ एक होर देखिए इस तरीके नाल प्रश्न। तीसरे प्रश्न का पहला भाग। तीसरे प्रश्न के अंतर्गत तुहानूं 3 रकमां दित्तियां जी। पहले विच 1 बटा वर्गमूल 2 अप्रमेय सिद्ध करना है। लो देखो 1 बटा वर्गमूल 2। सब तो पहला मैं हर दे विचों वर्गमूल खत्म करना चाहना तो मैं की करांगा जी, अंश ते हर दोवां नूं वर्गमूल 2 दे नाल गुणा करांगा। उपर थले सेम रकम दे नाल सेम संख्या नाल गुणा कीता है तो कोई फर्क नहीं पवेगा। 1 गुणा वर्गमूल 2 वर्गमूल 2 वर्गमूल 2 गुणा वर्गमूल 2 यानी कि वर्गमूल 2 का स्क्वेयर यानी कि कला 2 बाकी बच गया। तो ये संख्या होगी। सिद्ध करना चाहते हैं कि ये अप्रमेय है तो उस तरीके नाल आपां उल्टा सपोज कर लैंदे आ। मनो ये प्रमेय संख्या है। जे प्रमेय संख्या है तो सज्जे पासे मैं प्रमेय संख्या की परिभाषा लगा देना, वर्गमूल 2 बटा 2 बराबर पी बटा क्यू दे। इत्थे क्यू हर 0 नहीं है, पी ते क्यू संपूर्ण संख्यावां हन ते महत्तम समावर्तक पी ते क्यू दा 1 है। परिभाषा साडी पूरी हो चुकी है। उस तरीके नाल हुण देखो 2 खब्बे हथ हेठां भाग होया तो जदों सज्जे पासे लैके जाओगे ये ऊपर जाके गुणा हो जाएगा 2 गुणा पी। हुण 2p भी एक संपूर्ण संख्या है, पी संपूर्ण संख्या है तो वह दुगना भी संपूर्ण संख्या तो इसनों संपूर्ण संख्या क्यू नाल ही भाग किया गया तो इस करके तुहाडा सज्जा पासा बन गया जी प्रमेय संख्या। पर वर्गमूल 2 तो अप्रमेय संख्या है, इस करके साडी मानता गलत है। इस करके 1 बटा वर्गमूल 2 अप्रमेय संख्या है। हुण एक गल मैं तुहानूं दस देवां जी, बहुत वधिया रहेगा जे तुसीं इहदा कारण दे दिओ।
कि क्योंकि 2p, Q संपूर्ण संख्यावां ਹਨ। सॉरी ਇੱਥੇ ਲਿਖਣਾ ਜੀ ਕਾਰਨ ਇਹਦਾ, ਇਸ ਕਰਕੇ ਇਹਨਾਂ ਦਾ ਅਨੁਪਾਤ ਪ੍ਰਮੇय ਸੰਖਿਆ ਹੋਏਗਾ। ਇਸੇ ਤਰੀਕੇ ਨਾਲ ਤੁਸੀਂ ਇਹਦਾ ਕਾਰਨ ਇੱਥੇ ਵੀ ਲਿਖਣਾ ਸੀ ਕਿ p, 3q, 2q ਸੰਪੂਰਨ ਸੰਖਿਆਵਾਂ ਹਨ, ਇਸੇ ਕਰਕੇ ਇਹਨਾਂ ਦਾ ਅਨੁਪਾਤ ਪ੍ਰਮੇय ਸੰਖਿਆ ਹੈ। ਇਹਦਾ ਕਾਰਨ ਖੁਦ ਲਿਖ ਦਿਓ ਜੀ ਇੱਥੇ। ਇਸੇ ਤਰੀਕੇ ਦੇ ਨਾਲ ਤੁਸੀਂ ਇਹਦਾ ਦੂਸਰਾ ਭਾਗ 7 ਵਰਗਮੂਲ 5 खुद आप कर सकते हो। मैं सिर्फ तुहानू एक हिंट दिना जी ਇਹਦਾ, ਜਦੋਂ p/q रूप ਵਿੱਚ लिख लोगे तो 7 ने हेठां जाके भाग हो जाना है। तो उस तरीके नाल p संपूर्ण संख्या है, क्योंकि q संपूर्ण संख्या है, वह 7 गुणा भी संपूर्ण है। तो p/7q दो संपूर्ण संख्यावां का अनुपात सज्जे पासे प्रमेय बन जाना है, पर वर्गमूल 5 अपरमेय है। डिटो सेम तीसरे क्वेश्चन के पहले भाग वांगू हो जाएगा। हुण इस तरीके नाल इहदा तीसरा भाग उहदा हिंट लो जी। 6 प्लस वर्गमूल 2 अपरमेय संख्या सिद्ध करनी है। लो जी, ये आपां तुहाडे तो थोड़ा थोड़ा पुछ के करते हैं। मनो 6 प्लस वर्गमूल 2 परमेय संख्या है। हुण जे प्रमेय संख्या है तो इस करके 6 प्लस वर्गमूल 2 नूं मैं परिभाषा के रूप में लिख देवां p/q रूप च। इत्थे q 0 के बराबर नहीं, p ते q संपूर्ण संख्यावां ते महत्तम समावर्तक p ते q का एक, ये परिभाषा के रूप में मैं लिख दिता है। हुण वर्गमूल 2 खब्बे पासे ही रहेगा, p/q 6 सज्जे पासे जाके माइनस का हो गया। हुण नोट करो, बटा 1 लो तो जे लघुत्तम लोगे, क्योंकि q ते 1 दोहां च कोई भी साझा गुणनखंड नहीं है, तो तुसी क्रॉस गुणा मैथड वांगू भी इनू सॉल्व कर सकते हो। एक उधर जाके p नाल गुणा हो गया, q उधर जाके 6 नाल गुणा हो गया, हेठां दोने संख्यावां आपस च गुणा q एकम q। हुण नोट करो जी, p 6q ते q संपूर्ण संख्यावां हन, तो इन्हां दा अनुपात p विचों यानी कि संपूर्ण संख्या चों संपूर्ण संख्या ही घट रही है, तो आंसर उपर अंश संपूर्ण संख्या ही है। हर q पहला ही संपूर्ण संख्या है, तो संपूर्ण संख्या का संपूर्ण संख्या नाल अनुपात सानू की मिलेगा जी सज्जे पासे परिमेय संख्या। बाकी मैं इधर लिख देना, परंतु वर्गमूल 2 तो अपरमेय संख्या है, इस करके साडी मानता गलत है। भी इस तो गलत मान लिया भी ये प्रमेय संख्या 6 प्लस वर्गमूल 2, फिर इस करके सही की होएगा 6 प्लस वर्गमूल 2 एक अप्रमेय संख्या है।